ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਕਰਦੇ ਹਾਂ ਤੁਹਾਡਾ ਆਪਣਾ YouTube ਚੈਨਲ 'ਤੇ ਸੁਨੀਤਾ ਸਪੀਚ ਪੁਆਇੰਟ 44 'ਤੇ। ਮੈਂ ਅੱਜ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ CDP ਦੇ ਬਹੁਤ ਹੀ ਮਸ਼ਹੂਰ ਮਨੋਵਿਗਿਆਨੀ ਜੀਨ ਪਿਆਜੇ ਦੀ ਥਿਊਰੀ। ਤਾਂ ਚੱਲਦੇ ਹਾਂ ਆਪਾਂ ਆਪਣੇ ਪ੍ਰਸ਼ਨਾਂ ਦੇ ਵੱਲ। ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਜੀਨ ਪਿਆਜੇ ਕਿੱਥੋਂ ਦਾ ਮਨੋਵਿਗਿਆਨੀ ਸੀ। ਆਪਸ਼ਨ ਦੇ ਵਿੱਚ ਮੈਂ ਰੱਖਿਆ ਹੈ ਪਹਿਲਾ ਰੂਸ, ਦੂਜਾ ਅਮਰੀਕਾ, ਤੀਸਰਾ ਜਰਮਨੀ ਅਤੇ ਚੌਥਾ ਸਵਿਟਜ਼ਰਲੈਂਡ। ਅਤੇ ਇਹਦਾ ਕਰੈਕਟ ਆਨਸਰ ਹੈ 4 ਸਵਿਟਜ਼ਰਲੈਂਡ। ਦੂਸਰੇ ਪ੍ਰਸ਼ਨ ਦੇ ਵੱਲ ਚੱਲਦੇ ਹਾਂ ਕਿ ਜੀਨ ਪਿਆਜੇ ਦੇ ਗਿਣਾਤਮਕ ਪੱਖ ਦੇ ਕਿੰਨੇ ਪੜਾਅ ਹਨ। ਆਪਸ਼ਨ ਦੇ ਵਿੱਚ ਰੱਖਿਆ ਹੈ ਕਿ ਜੀਨ ਪਿਆਜੇ ਦੇ ਗਿਣਾਤਮਕ ਪੱਖ ਦੇ ਪਹਿਲੇ ਆਪਸ਼ਨ ਦੇ ਵਿੱਚ ਹੈ 4, ਦੂਸਰੇ ਦੇ ਵਿੱਚ ਹੈ 5, ਤੀਸਰੇ 3, ਚੌਥੇ ਆਪਸ਼ਨ ਦੇ ਵਿੱਚ 7। ਤਾਂ ਜੀਨ ਪਿਆਜੇ ਦੇ ਗਿਣਾਤਮਕ ਪੱਖ ਦੇ 4 ਪੜਾਅ ਹਨ। ਪ੍ਰਸ਼ਨ ਨੰਬਰ ਤੀਸਰਾ, ਜੀਨ ਪਿਆਜੇ ਨੇ ਕਿਹੜੀ ਉਮਰ ਦੇ ਬੱਚਿਆਂ 'ਤੇ ਪ੍ਰਯੋਗ ਕੀਤਾ ਸੀ। ਜਾਂ ਇਸ ਪ੍ਰਸ਼ਨ ਨੂੰ ਆਪਾਂ ਕਹਿ ਸਕਦੇ ਹਾਂ ਕਿ ਜੀਨ ਪਿਆਜੇ ਦੀ ਪ੍ਰਯੋਗ ਸਮੱਗਰੀ ਕੀ ਸੀ। ਦੋਨਾਂ ਪ੍ਰਸ਼ਨਾਂ ਦੇ ਵਿੱਚੋਂ ਕੋਈ ਵੀ ਐਗਜ਼ਾਮੀਨਰ ਪ੍ਰਸ਼ਨ ਨੂੰ ਯੂਜ਼ ਕਰ ਸਕਦਾ ਹੈ। ਤਾਂ ਇਹਨਾਂ ਦੇ ਸੇਮ ਹੀ ਉੱਤਰ ਹੋਣਗੇ। ਤਾਂ ਪਹਿਲਾ ਹੈਗਾ ਹੈ ਜਾਨਵਰਾਂ 'ਤੇ, ਦੂਸਰਾ ਬੱਚਿਆਂ 'ਤੇ, ਤੀਸਰਾ ਬਾਲਗਾਂ 'ਤੇ ਅਤੇ ਚੌਥਾ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਜੋ ਉਹਨਾਂ ਦੀ ਪ੍ਰਯੋਗ ਸਮੱਗਰੀ ਸੀ ਉਹਨਾਂ ਨੇ ਬਾਲਗਾਂ 'ਤੇ ਪ੍ਰਯੋਗ ਕੀਤਾ ਸੀ। ਥਰਡ ਦਾ ਆਪਸ਼ਨ ਹੈਗਾ ਹੈ। ਅਗਲੇ ਕੁਐਸਚਨ ਦੇ ਵੱਲ ਚੱਲਦੇ ਹਾਂ। ਜੀਨ ਪਿਆਜੇ ਦੇ ਸਿਧਾਂਤ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ। ਤਾਂ ਪਹਿਲਾ ਹੈ ਆਪਸ਼ਨ ਸਟੇਜਾਂ ਸਿਧਾਂਤ, ਦੂਸਰਾ ਪ੍ਰੇਰਨਾ ਸਿਧਾਂਤ, ਤੀਸਰਾ ਨੈਤਿਕ ਸਿਧਾਂਤ, ਚੌਥਾ ਗਿਆਨ ਸਿਧਾਂਤ। ਤਾਂ ਇਹਦਾ ਜੋ ਕਰੈਕਟ ਆਨਸਰ ਹੈ ਪਹਿਲਾ, ਇਹਨੂੰ ਅਸੀਂ ਸਟੇਜਾਂ ਕਹਾਂਗੇ। ਚਲਦੇ ਹਾਂ ਅਸੀਂ ਅਗਲੇ ਪ੍ਰਸ਼ਨ ਦੇ ਵੱਲ। ਸਿਧਾਂਤਾਂ ਬਾਰੇ ਗੱਲ ਕਰ ਰਹੇ ਸੀ। ਤਾਂ ਇਹਦੇ ਜੋ ਸਿਧਾਂਤ ਨੇ ਉਹਨਾਂ ਨੂੰ ਸਟੇਜਾਂ ਕਿਹਾ ਜਾਂਦਾ ਹੈ। ਸਟੇਜਾਂ ਦੀ ਜਾਣਕਾਰੀ ਅਗਲੇ ਭਾਗ ਦੇ ਵਿੱਚ ਪੂਰੀ ਤਰ੍ਹਾਂ ਅਸੀਂ ਦੇਵਾਂਗੇ। ਇਹ ਭਾਗ ਪਹਿਲਾ ਹੈ ਅਤੇ ਦੂਸਰਾ ਭਾਗ ਅਸੀਂ ਬਣਾਵਾਂਗੇ। ਅਗਲਾ ਪ੍ਰਸ਼ਨ ਹੈ ਜੀਨ ਪਿਆਜੇ ਨੇ ਕਿਹੜੇ ਬਾਲਗਾਂ 'ਤੇ ਪ੍ਰਯੋਗ ਕੀਤਾ ਸੀ। ਤਾਂ ਉਹਨਾਂ ਨੇ ਉਹਦੇ ਆਪਸ਼ਨ ਦੇ ਵਿੱਚ ਰੱਖਿਆ ਹੈ ਅਮਰੀਕਾ ਦੇ ਬੱਚੇ, ਖੁਦ ਦੀਆਂ 3 ਸੰਤਾਨਾਂ 'ਤੇ, ਜਾਂ ਤੀਸਰਾ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹਦਾ ਕਰੈਕਟ ਆਨਸਰ ਹੈ ਕਿ ਖੁਦ ਦੀਆਂ 3 ਸੰਤਾਨਾਂ 'ਤੇ ਜੀਨ ਪਿਆਜੇ ਨੇ ਪ੍ਰਯੋਗ ਕੀਤਾ ਸੀ। ਜਦੋਂ ਜੀਨ ਪਿਆਜੇ ਨੇ ਆਪਦੇ ਬੱਚਿਆਂ 'ਤੇ ਪ੍ਰਯੋਗ ਕੀਤਾ ਸੀ ਨਾ, ਅਤੇ ਉਦੋਂ ਬਹੁਤ ਸਾਰੇ ਆਲੋਚਨਾ ਹੋਈ ਸੀ। ਬਹੁਤ ਸਾਰੇ ਮਨੋਵਿਗਿਆਨੀਆਂ ਨੇ ਇਸ ਚੀਜ਼ ਦੀ ਆਲੋਚਨਾ ਕੀਤੀ ਸੀ ਕਿ ਜੀਨ ਪਿਆਜੇ ਖੁਦ ਦੀਆਂ 3 ਸੰਤਾਨਾਂ 'ਤੇ ਕਿਉਂ ਪ੍ਰਯੋਗ ਕਰ ਰਿਹਾ ਹੈ। ਕਿਉਂ ਕੀਤੀ ਸੀ? ਕਿਉਂਕਿ ਜੀਨ ਪਿਆਜੇ ਤਾਂ ਆਪਦੇ ਅਕੋਰਡਿੰਗ ਇਹ ਦੇਖਣਾ ਚਾਹੁੰਦੇ ਸੀ ਕਿ ਜੇ ਇੱਕੋ ਹੈਰੀਡਿਟੀ ਦੇ ਬੱਚੇ, ਇੱਕੋ ਬਾਪ ਦੇ, ਇੱਕੋ ਮਾਂ ਦੇ ਬੱਚੇ, ਉਹਨਾਂ ਵਿੱਚ ਕਿੰਨਾ ਕੁ ਫਰਕ ਹੁੰਦਾ ਹੈ। ਜੀਨ ਪਿਆਜੇ ਇਹ ਦੇਖਣਾ ਚਾਹੁੰਦੇ ਸੀ। ਅਤੇ ਬਟ ਦੂਸਰੇ ਜੋ ਮਨੋਵਿਗਿਆਨੀ ਸੀ ਉਹ ਵੀ ਇਹ ਚੀਜ਼ ਨੂੰ ਕਹਿੰਦੇ ਸਨ ਕਿ ਜੇ ਪ੍ਰਯੋਗ ਇਸ ਚੀਜ਼ ਦੇ ਵਿੱਚ ਕਰਨਾ ਹੈ ਤਾਂ ਅਲੱਗ-ਅਲੱਗ 3 ਸੰਤਾਨਾਂ ਹੋਣ, ਜਿਨ੍ਹਾਂ ਦੀ ਹੈਰੀਡਿਟੀ ਵੀ ਅਲੱਗ ਹੋਵੇ, ਜਿਨ੍ਹਾਂ ਦਾ ਸਭ ਕੁਛ ਅਲੱਗ ਹੋਵੇ। ਅਤੇ ਇਸ ਤਰ੍ਹਾਂ ਮਤਲਬ ਬੱਚਿਆਂ ਦੇ ਵਿੱਚ ਇੱਕੋ ਆਦਤਾਂ ਵੀ ਹੋ ਸਕਦੀਆਂ ਨੇ। ਜਦੋਂ ਇੱਕ ਬਾਪ ਦੇ ਬੱਚੇ ਹੁੰਦੇ ਹਨ ਤਾਂ ਉਹਨਾਂ ਦੀ ਆਦਤਾਂ ਵੀ ਕਈ ਵਾਰ ਸੇਮ ਹੁੰਦੀਆਂ ਹਨ। ਪਰ ਜੀਨ ਪਿਆਜੇ ਦਾ ਆਪਣੇ ਆਪ ਵਿੱਚ ਇਹ ਸੀ ਕਿ ਉਹ ਇਹੀ ਦੇਖਣਾ ਚਾਹੁੰਦੇ ਸੀ ਕਿ ਇੱਕੋ ਬਾਪ ਦੇ ਬੱਚੇ ਦੇ ਵਿੱਚ ਕਿੰਨਾ ਕੁ ਫਰਕ ਹੁੰਦਾ ਹੈ। ਅਤੇ ਪਰ ਉਹਨਾਂ ਦੀ ਥਿਊਰੀ ਨੂੰ ਆਲੋਚਨਾ ਤਾਂ ਬਹੁਤ ਹੋਈ ਸੀ, ਪਰ ਜੀਨ ਪਿਆਜੇ ਸੀ ਜੋ ਆਪਣੀ ਥਿਊਰੀ ਦੇ ਵਿੱਚ ਡਟੇ ਰਹੇ ਸੀ। ਅਤੇ ਉਹਨਾਂ ਨੇ ਇਸ ਚੀਜ਼ ਦੇ ਵਿੱਚ ਬਹੁਤ ਵਧੀਆ ਮੁਹਰਤ ਹਾਸਲ ਵੀ ਕੀਤੀ ਸੀ। ਨੈਕਸਟ ਕੁਐਸਚਨ ਦੇ ਬਦਲਦੇ ਹਾਂ ਕਿ ਪੂਰਵ ਕਿਰਿਆ ਪ੍ਰਣਾਲੀ ਜਾਂ ਪ੍ਰੀ ਆਪਰੇਸ਼ਨਲ ਜਿਹੜੀ ਪ੍ਰਣਾਲੀ ਹੈ ਇਹਦੀ ਅਵਸਥਾ ਕੀ ਹੈ। ਪਹਿਲਾ ਹੈ 2 ਤੋਂ 7 ਸਾਲ, ਦੂਸਰਾ ਹੈ 0 ਤੋਂ 2 ਸਾਲ, 7 ਤੋਂ 11 ਸਾਲ ਤੀਸਰਾ, ਅਤੇ ਚੌਥੇ ਦੇ ਵਿੱਚ ਰੱਖਿਆ ਹੈ 11 ਤੋਂ ਕਿਸ਼ੋਰ ਅਵਸਥਾ। ਜੋ ਪ੍ਰੀ ਆਪਰੇਸ਼ਨਲ ਸਟੇਜ ਹੈ ਇਹਦੀ ਹੱਦ ਹੈ 2 ਤੋਂ 7 ਸਾਲ। ਜਦੋਂ ਵੀ ਇਹ ਜੀਨ ਪਿਆਜੇ ਦੀਆਂ ਸਟੇਜਾਂ ਨੇ, ਜਿਹੜੀਆਂ ਇਹ ਵਾਲੀਆਂ ਹੈਗੀਆਂ, ਇਹ ਜੀਨ ਪਿਆਜੇ ਦੀਆਂ
ਸਟੇਜਾਂ ਨੇ ਇਹ ਵਾਲੀਆਂ, ਇਹਨਾਂ ਨੂੰ ਤੁਸੀਂ ਮਤਲਬ ਇੰਗਲਿਸ਼ ਦੇ ਵਿੱਚ ਯਾਦ ਰੱਖਣਾ ਹੈ, ਕਿਉਂਕਿ ਪੰਜਾਬੀ ਦੇ ਵਿੱਚ ਕਈ ਵਾਰ ਐ ਹੁੰਦਾ ਨਾ ਕਿ ਨਾਮ ਇੱਕੋ ਥੋੜ੍ਹੇ ਜਿਹੇ ਚੇਂਜ ਹੋ ਕੇ ਆ ਸਕਦੇ ਨੇ, ਬਟ ਇੰਗਲਿਸ਼ ਦੇ ਵਿੱਚ ਇਹਨਾਂ ਦੇ ਨਾਮ ਚੇਂਜ ਨਹੀਂ ਹੋ ਸਕਦੇ, ਇਹ ਉੱਦਾਂ ਹੀ ਰਹਿੰਦੇ ਹਨ। ਅਤੇ ਇਹਨਾਂ ਦਾ ਇਹਦੇ ਆਨਸਰ ਦਾ ਹੈ 2 ਤੋਂ 7 ਸਾਲ। ਅਗਲੇ ਪ੍ਰਸ਼ਨ ਦੇ ਵੱਲ ਚੱਲਦੇ ਹਾਂ। ਨਿਰਮਾਣਵਾਦੀ ਢਾਂਚੇ ਦਾ ਸਿਰਜਕ ਕਿਸ ਨੂੰ ਕਿਹਾ ਗਿਆ ਹੈ? ਤਾਂ ਇਹਦਾ ਪਹਿਲਾ ਆਨਸਰ ਹੈ, ਇਹਦੇ ਆਨਸਰ ਦੇ ਆਪਸ਼ਨ ਹਨ, ਪਹਿਲਾ ਰੂਸੋ, ਦੂਸਰਾ ਟਰਮਨ ਹੈ, ਤੀਸਰਾ ਜੀਨ ਪਿਆਜੇ ਅਤੇ ਚੌਥਾ ਬਰਨ ਹੈ। ਨਿਰਮਾਣਵਾਦੀ ਢਾਂਚੇ ਦਾ ਜੋ ਸਿਰਜਕ ਹੈ, ਇਹਨੂੰ ਖੋਜਾਤਮਕ ਮਤਲਬ ਵੀ ਕਹਿ ਸਕਦੇ ਹਾਂ ਕਿ ਖੋਜਾਤਮਕ ਦਾ ਸਿਰਜਕ ਕਿਹਨੂੰ ਵੀ ਕਿਹਾ ਜਾਂਦਾ ਹੈ, ਤਾਂ ਇਹਦਾ ਕਰੈਕਟ ਆਨਸਰ ਹੈ ਤੀਸਰਾ ਜੀਨ ਪਿਆਜੇ। ਅਗਲੇ ਪ੍ਰਸ਼ਨ ਦੇ ਵੱਲ ਚੱਲਦੇ ਹਾਂ ਕਿ ਜੀਨ ਪਿਆਜੇ ਕਿਸ ਤਰ੍ਹਾਂ ਦੀ ਸਿੱਖਿਆ 'ਤੇ ਜ਼ੋਰ ਦਿੰਦੇ ਹਨ? ਆਪਸ਼ਨ ਹੈ ਏ ਬਾਲ ਕੇਂਦਰਿਤ ਸਿੱਖਿਆ, ਦੂਸਰਾ ਹੈ ਟੀਚਰ ਸੈਂਟਰ ਐਜੂਕੇਸ਼ਨ ਕਹਿ ਲਓ, ਤੀਸਰਾ ਦੋਨੋਂ, ਜਾਂ ਚੌਥੇ ਵਿੱਚ ਇਹਨਾਂ ਦੋਨਾਂ ਵਿੱਚੋਂ ਕੋਈ ਨਹੀਂ। ਤਾਂ ਇਹਦਾ ਕਰੈਕਟ ਆਨਸਰ ਹੋਵੇਗਾ ਬਾਲ ਕੇਂਦਰਿਤ ਸਿੱਖਿਆ। ਅੱਜ ਦੇ ਜ਼ਮਾਨੇ ਦੇ ਵਿੱਚ ਅਸੀਂ ਦੇਖਦੇ ਹਾਂ ਸਰਕਾਰੀ ਸਕੂਲ ਹਨ, ਉਹਨਾਂ ਦੇ ਵਿੱਚ ਵੀ ਬਾਲ ਕੇਂਦਰਿਤ ਸਿੱਖਿਆ 'ਤੇ ਜ਼ੋਰ ਦਿੱਤਾ ਜਾਂਦਾ ਹੈ। NCERT ਪੰਜਾਬ ਸਕੂਲ ਹੋ ਗਏ, ਕੋਈ ਵੀ ਸਕੂਲ ਹੋ ਗਿਆ, CBSE ਸਕੂਲ ਹੋ ਗਏ, ਕੋਈ ਵੀ ਸਿੱਖਿਆ ਹੈ ਸਭ ਬਾਲ ਕੇਂਦਰਿਤ ਸਿੱਖਿਆ ਹੈ, ਜਿਹਦੇ ਵਿੱਚ ਬੱਚਿਆਂ ਦੀ ਸ਼ਮੂਲੀਅਤ ਨੂੰ ਜ਼ਿਆਦਾ ਪੇਸ਼ ਕੀਤਾ ਜਾਂਦਾ ਹੈ ਅਤੇ ਟੀਚਰਾਂ ਨੂੰ ਬਾਅਦ 'ਚ ਅਹਿਮੀਅਤ ਦਿੱਤੀ ਜਾਂਦੀ ਹੈ। ਪਹਿਲਾਂ ਹੁੰਦਾ ਸੀ ਟੀਚਰ ਸੈਂਟਰ ਐਜੂਕੇਸ਼ਨ ਨੂੰ ਪਹਿਲ ਦਿੱਤੀ ਜਾਂਦੀ ਸੀ, ਪਰ ਹੁਣ ਬਾਲ ਕੇਂਦਰਿਤ ਸਿੱਖਿਆ ਨੂੰ ਪਹਿਲ ਦਿੱਤੀ ਜਾਂਦੀ ਹੈ ਤਾਂ ਜੋ ਬੱਚੇ ਇਹਦੇ ਵਿੱਚ ਆਪਣੀ ਵਧੀਆ ਤੋਂ ਵਧੀਆ ਭੂਮਿਕਾ ਨਿਭਾ ਸਕਣ। ਪ੍ਰਸ਼ਨ ਨੰਬਰ ਹੈ 9ਵਾਂ। ਲਿਟਲ ਸਾਇੰਟਿਸਟ ਛੋਟੇ ਵਿਗਿਆਨੀ ਬੱਚਿਆਂ ਨੂੰ ਕਿਹਾ ਸੀ, ਕਿਹਨਾਂ ਨੇ ਕਿਹਾ ਸੀ? ਇਹਨਾਂ ਦਾ ਪਹਿਲਾ ਆਪਸ਼ਨ ਹੈ ਵਾਈਗੋਤਸਕੀ, ਦੂਸਰਾ ਬਰੂਨਰ, ਤੀਸਰਾ ਹੈ ਵੈਬਸਟਰ ਅਤੇ ਚੌਥਾ ਹੈ ਜੀਨ ਪਿਆਜੇ। ਇਹਦਾ ਕਰੈਕਟ ਆਨਸਰ ਹੈ ਜੀਨ ਪਿਆਜੇ। ਜੀਨ ਪਿਆਜੇ ਨੇ ਜੋ ਬੱਚਿਆਂ ਨੂੰ ਲਿਟਲ ਸਾਇੰਟਿਸਟ ਦਾ ਨਾਮ ਦਿੱਤਾ ਸੀ, ਕਿਉਂ ਦਿੱਤਾ ਸੀ? ਕਿਉਂਕਿ ਉਹ ਵੀ ਬੱਚਿਆਂ ਨੂੰ ਮਤਲਬ ਵਿਗਿਆਨੀ ਸਮਝਦੇ ਸਨ ਕਿ ਬੱਚੇ ਹਨ, ਉਹਨਾਂ ਦੀ ਸ਼ੁਰੂ ਤੋਂ ਲੈ ਕੇ ਸੋਚ ਇਹ ਹੁੰਦੀ ਹੈ ਕਿ ਉਹ ਖਿਡੌਣਾ ਖੁਦ ਤੋੜਦੇ ਹਨ, ਫਿਰ ਉਹਨਾਂ ਨੂੰ ਜੋੜ ਲੈਂਦੇ ਹਨ। ਇਸ ਤਰ੍ਹਾਂ ਕੁਝ ਨਾ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਨਵੀਆਂ ਤੋਂ ਨਵੀਆਂ ਚੀਜ਼ਾਂ ਸਿੱਖਦੇ ਰਹਿੰਦੇ ਹਨ। 10ਵੇਂ ਪ੍ਰਸ਼ਨ ਦੇ ਵੱਲ ਚੱਲਦੇ ਹਾਂ। ਦ ਲੈਂਗੁਏਜ ਆਫ ਥਾਟ ਆਫ ਦਾ ਚਾਈਲਡ ਅਤੇ ਦੂਸਰਾ ਹੈ ਦ ਮੋਰਲ ਜਜਮੈਂਟ ਆਫ ਚਾਈਲਡ। ਇਹ ਜੋ ਬਹੁਤ ਹੀ ਮਹੱਤਵਪੂਰਨ ਕਿਤਾਬਾਂ ਹਨ, ਇਹਦੇ ਵਿੱਚ ਇਹ ਹੈ ਕਿ ਪਹਿਲਾ ਆਪਸ਼ਨ ਹੈ ਜੀਨ ਪਿਆਜੇ, ਦੂਸਰਾ ਰੂਸ, ਤੀਸਰਾ ਕੋਲਰ ਅਤੇ ਚੌਥਾ ਵਾਈਗੋਤਸਕੀ। ਇਹਦਾ ਜੋ ਕਰੈਕਟ ਆਨਸਰ ਹੈ ਜੀਨ ਪਿਆਜੇ। ਇਹ ਬਹੁਤ ਵਾਰ ਮਤਲਬ ਰਿਪੀਟ ਹੋ ਚੁੱਕਿਆ ਹੈ ਪ੍ਰਸ਼ਨ, PS ਟੈਟ ਵਿੱਚ ਵੀ, C ਟੈਟ ਦੇ ਵਿੱਚ ਤਾਂ ਬਹੁਤ ਵਾਰ ਦੇਖਣ ਨੂੰ ਇਹ ਮਿਲਿਆ ਹੈ ਕਿ ਇਹ ਜੋ ਕਿਤਾਬਾਂ ਹਨ ਇਹ ਕਿਹਦੀਆਂ ਰਚਿਤ ਹਨ, ਅਤੇ ਇਹ ਹਨ ਜੀਨ ਪਿਆਜੇ ਦੀਆਂ। ਇਹਨਾਂ ਨੂੰ ਮੈਂ ਕੁਐਸਚਨ ਵਾਈਜ਼ ਕੀਤਾ ਹੈ। ਨੈਕਸਟ ਅਸੀਂ ਚੱਲਦੇ ਹਾਂ ਕਿ ਗਿਆਨ ਇੰਦਰੀਆਂ ਦੀ ਵਰਤੋਂ ਕਰਕੇ ਪਹਿਲੀ ਅਵਸਥਾ ਹੈ। ਇਹ ਵੀ ਕੁਐਸਚਨ ਹਨ, ਇਹ ਕੁਐਸਚਨਾਂ ਦੇ ਉੱਤਰ ਵੀ ਹਨ। ਇਹਦੇ ਵਿੱਚ ਇਹ ਹੈਗਾ ਕਿ ਐਗਜ਼ਾਮੀਨਰ ਕਿਸ ਤਰ੍ਹਾਂ ਵੀ ਮਤਲਬ ਆਪਦੇ ਆਪ 'ਚ ਕੁਐਸਚਨ ਬਣਾ ਕੇ ਉਸ ਨੂੰ ਤੁਹਾਡੇ ਸਾਹਮਣੇ ਰੱਖ ਸਕਦਾ ਹੈ ਅਤੇ ਉਹਦੇ ਆਪਸ਼ਨ ਦੇ ਸਕਦਾ ਹੈ ਕਿ ਗਿਆਨ ਇੰਦਰੀਆਂ ਦੀ ਵਰਤੋਂ ਕਰਨਾ ਪਹਿਲੀ ਅਵਸਥਾ ਹੈ। ਜੋ ਮਨੁੱਖ ਦੀਆਂ ਜੋ ਗਿਆਨ ਇੰਦਰੀਆਂ ਹੁੰਦੀਆਂ ਨਾ, ਉਹਦੇ ਵਿੱਚ ਜੀਨ ਪਿਆਜੇ ਨੇ ਕਿਹਾ ਸੀ ਕਿ ਗਿਆਨ ਇੰਦਰੀਆਂ ਦੀ ਵਰਤੋਂ ਕਰਨਾ ਪਹਿਲੀ ਅਵਸਥਾ ਹੁੰਦੀ ਹੈ। ਅਗਲੇ ਪੁਆਇੰਟ ਦੇ ਵੱਲ ਚੱਲਦੇ ਹਾਂ ਕਿ ਗਿਆਨਾਤਮਿਕ ਵਿਕਾਸ ਨਕਲ ਉੱਤੇ ਆਧਾਰਿਤ ਨਾ ਹੋ ਕੇ ਖੋਜ ਉੱਤੇ ਆਧਾਰਿਤ ਹੈ। ਜੀਨ ਪਿਆਜੇ ਕੀ ਕਹਿੰਦਾ ਹੈ ਕਿ ਜੋ ਗਿਆਨਾਤਮਕ ਵਿਕਾਸ ਹੈ ਜੋ ਬੱਚੇ ਦਾ ਹੁੰਦਾ ਹੈ, ਉਹ ਨਕਲ ਉੱਤੇ ਆਧਾਰਿਤ ਨਾ ਹੋ ਕੇ ਖੋਜ ਉੱਤੇ ਆਧਾਰਿਤ ਕਹਿੰਦਾ ਹੈ। ਅਗਲਾ ਪੁਆਇੰਟ ਹੈ ਕਿ ਬੱਚਾ ਦੁਨੀਆ ਬਾਰੇ ਆਪਣੀ ਸਮਝ ਦੀ ਵਰਤੋਂ ਕਰਦਾ ਹੈ। ਬਹੁਤ ਸਾਰੇ ਮਨੋਵਿਗਿਆਨੀ ਅਲੱਗ ਅਲੱਗ ਉਹਨਾਂ ਦੀ ਆਪਦੀ ਸਾਈਕੋਲੋਜੀ ਦੇ ਅਕੋਰਡਿੰਗ ਉਹਨਾਂ ਨੇ ਇਸ ਚੀਜ਼ ਦੇ ਵਿੱਚ ਯੋਗਦਾਨ ਦਿੱਤਾ ਸੀ, ਪਰ ਜੋ ਜੀਨ ਪਿਆਜੇ ਸੀ ਉਹ ਇਹ ਕਹਿੰਦਾ ਸੀ ਕਿ ਬੱਚਾ ਹੈ ਨਾ ਜੋ ਦੁਨੀਆ ਬਾਰੇ ਉਹ ਆਪਣੀ ਸਮਝ ਰੱਖਦਾ ਹੈ, ਆਪਣੇ ਸਮਝ ਦੇ ਅਕੋਰਡਿੰਗ ਹੀ ਉਹ ਚੱਲਦਾ ਹੈ। ਅਗਲਾ ਪੁਆਇੰਟ, ਇਹ ਸਾਰੇ ਪੁਆਇੰਟ ਬਹੁਤ ਹੀ ਇੰਪੋਰਟੈਂਟ ਹਨ, ਇਹਨਾਂ ਨੂੰ ਤੁਸੀਂ ਮਤਲਬ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ। ਇਹ ਇੱਕ ਤਰ੍ਹਾਂ ਦੇ ਪ੍ਰਸ਼ਨ ਵੀ ਹਨ, ਇਹਨਾਂ ਦੇ ਉੱਤਰ ਇਹ ਪ੍ਰਸ਼ਨ ਵੀ ਵਿੱਚੋਂ ਹੀ ਇਹਦੇ ਬਣੀ ਜਾਂਦੇ ਹਨ ਅਤੇ ਇਹ ਉੱਤਰ ਵੀ ਹੁੰਦੇ ਹਨ। ਕਿ ਅਗਲਾ ਹੈ ਕਿ ਬਿਨੇ ਦੇ ਨਿਰਦੇਸ਼ਕ ਵਿੱਚ ਬੁੱਧੀ ਪ੍ਰਯੋਗਾਂ ਦੇ ਦੌਰਾਨ ਬੱਚਿਆਂ ਦੁਆਰਾ ਕੀਤੀਆਂ ਜਾਣ ਵਾਲੀਆਂ ਗਲਤੀਆਂ ਤੋਂ ਜੀਨ ਪਿਆਜੇ ਨੂੰ ਪ੍ਰੇਰਨਾ ਮਿਲੀ ਸੀ। ਇਹਦੇ ਵਿੱਚ ਇਸ ਤਰ੍ਹਾਂ ਕੁਐਸਚਨ ਬਣ ਸਕਦਾ ਹੈ ਕਿ ਜੀਨ ਪਿਆਜੇ ਕਿਸ ਤੋਂ ਪ੍ਰੇਰਿਤ ਹੋਏ ਸਨ, ਇਹ ਵੀ ਕੁਐਸਚਨ ਬਣ ਸਕਦਾ ਹੈ। ਤਾਂ ਇਹਦੇ ਵਿੱਚ ਇਹ ਹੈ ਕਿ ਬਿਨੇ ਜੋ ਹੈਗੇ ਸੀ ਉਹ ਵੀ ਇੱਕ
ਫਿਲੋਸਫਰ ਹੋਏ ਸੀ, ਉਹਨਾਂ ਨੇ ਜੋ ਖੋਜ ਕੀਤੀ ਸੀ ਬੱਚਿਆਂ 'ਤੇ, ਤਾਂ ਜੋ ਉਹਨਾਂ ਦੇ ਵਿੱਚ ਗਲਤੀਆਂ ਰਹਿ ਗਈਆਂ ਸਨ ਤਾਂ ਜੀਨ ਪਿਆਜੇ ਨੇ ਉਹਨਾਂ ਗਲਤੀਆਂ ਨੂੰ ਸੁਧਾਰ ਕੇ ਇਹਦੇ ਵਿੱਚ ਆਪਣਾ ਨਿਰਦੇਸ਼ਕ ਭੂਮਿਕਾ ਨਿਭਾਈ ਸੀ। ਤਾਂ ਅਗਲਾ ਹੈ ਕਿ PhD ਬਾਰੇ ਮਤਲਬ ਜਾਣਕਾਰੀ ਦਿੱਤੀ ਹੈ ਕਿ ਜੋ ਜੀਨ ਪਿਆਜੇ ਸੀ ਉਹਨਾਂ 22 ਸਾਲਾਂ ਦੀ ਉਮਰ ਦੇ ਵਿੱਚ ਜ਼ੂਲੋਜੀ ਨਾਮ ਦਾ ਜ਼ੂਲੋਜੀ, ਇਹ ਯਾਦ ਰੱਖ ਲੈਣਾ ਹੈ। ਜ਼ੂਲੋਜੀ ਹੈ ਕਿ ਇਹ ਇੱਕ ਸਥਾਨ ਹੈ ਕਿ ਜਿਸ ਤੋਂ ਉਹਨਾਂ ਨੇ ਆਪਣੀ PhD ਕੰਪਲੀਟ ਕੀਤੀ ਸੀ, ਉਹ ਵੀ 22 ਸਾਲ ਦੀ ਉਮਰ ਦੇ ਵਿੱਚ। ਅਗਲੇ ਮੈਂ ਪੁਆਇੰਟ ਬਣਾਏ ਹੋਏ ਹਨ ਕਿ ਬੁੱਧੀ ਜਨਮਜਾਤ ਨਹੀਂ ਹੁੰਦੀ, ਜਿਵੇਂ ਜਿਵੇਂ ਉਮਰ ਵੱਧਦੀ ਹੈ ਉਸ ਦੀ ਬੁੱਧੀ ਦਾ ਵਿਕਾਸ ਹੁੰਦਾ ਹੈ। ਇਹ ਜੀਨ ਪਿਆਜੇ ਦੀ ਥਿਊਰੀਆਂ ਹਨ ਜਿਹਦੇ ਵਿੱਚ ਉਹਨਾਂ ਨੇ ਖੋਜ ਕੀਤੀ ਹੈ ਅਤੇ ਦੱਸਿਆ ਹੈ ਕਿ ਜੋ ਬੁੱਧੀ ਹੁੰਦੀ ਹੈ, ਇਹ ਬੁੱਧੀ ਬਾਰੇ ਵੀ ਬਹੁਤ ਮਤਲਬ ਹੈਗਾ ਹੈ, ਦੇਖਣ ਨੂੰ ਮਿਲੇਗਾ। ਮੈਂ ਇਹਦੇ ਬਾਰੇ ਵੀ ਹੋਰ ਚਾਨਣਾ ਪਾਵਾਂਗੀ ਆਪਣੇ YouTube ਦੇ ਜ਼ਰੀਏ ਕਿ ਜੋ ਜੀਨ ਪਿਆਜੇ ਸੀ ਉਹ ਬੁੱਧੀ ਨੂੰ ਕੀ ਕਹਿੰਦੇ ਸਨ, ਜਨਮਜਾਤ ਨਹੀਂ ਹੁੰਦੀ, ਇਹ ਜਿਵੇਂ ਜਿਵੇਂ ਉਮਰ ਵੱਧਦੀ ਹੈ ਉਸ ਦੀ ਬੁੱਧੀ ਦਾ ਵਿਕਾਸ ਉਵੇਂ ਹੁੰਦਾ ਹੈ ਕਿ ਜੋ ਇਨਸਾਨ ਹੁੰਦਾ ਹੈ ਜਦੋਂ ਜੰਮਦਾ ਹੈ ਤਾਂ ਜੰਮਣ ਦੇ ਨਾਲ ਉਹਦੀ ਬੁੱਧੀ ਦੀ ਪ੍ਰਕਿਰਿਆ ਨਹੀਂ ਹੁੰਦੀ, ਜਿਵੇਂ ਜਿਵੇਂ ਉਹ ਦੁਨੀਆ ਦੇ ਵਿੱਚ ਵਿਚਰਦਾ ਹੈ ਉਵੇਂ ਉਵੇਂ ਉਹਦੀ ਜਨਮ ਉਹਦੇ ਵਿੱਚ ਉਹਦਾ ਇੰਪਰੂਵਮੈਂਟ ਹੁੰਦੀ ਜਾਂਦੀ ਹੁੰਦੀ ਹੈ। ਦੂਸਰਾ ਪੁਆਇੰਟ ਹੈ ਇਹਦੇ ਵਿੱਚ ਕਿ ਸਾਰੇ ਮਨੁੱਖੀ ਜੀਵ ਇੱਕ ਕਰਮ ਪੜਾਅ ਵਿੱਚੋਂ ਲੰਘਦੇ ਹਨ। ਹਾਂ, ਇਹ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿਹਨੂੰ ਅਸੀਂ ਸਟੇਜਾਂ ਕਹਿੰਦੇ ਹਾਂ ਕਿ ਸਾਰੇ ਮਨੁੱਖੀ ਜੀਵ ਹੁੰਦੇ ਹਨ, ਜਿਵੇਂ ਸਟੇਜ ਵਾਈਜ਼ ਸਾਰੇ ਹੀ ਮਨੁੱਖੀ ਜੀਵ, ਜਿਵੇਂ ਛੋਟਾ ਬੱਚਾ ਹੈ ਉਸ ਤੋਂ ਬਾਅਦ ਉਹ ਬਾਲਪੁਣੇ ਵਿੱਚ ਆਉਂਦਾ ਹੈ, ਕਿਸ਼ੋਰ ਅਵਸਥਾ ਵਿੱਚ ਆਉਂਦਾ ਹੈ, ਬੁਢਾਪੇ ਵਿੱਚ ਆਉਂਦਾ ਹੈ, ਇਹ ਸਾਰਿਆਂ ਨਾਲ ਹੀ ਤਕਰੀਬਨ ਹੁੰਦਾ ਹੈ। ਤੀਸਰਾ ਹੈ ਵਿਕਾਸਮਾਤਮਕ ਵਿਕਾਸ ਦਾ ਜਨਮ ਦਾਤਾ ਵੀ ਕਿਹਾ ਜਾਂਦਾ ਹੈ। ਚਾਹੇ ਵਿਕਾਸਾਤਮਕ ਵਿਕਾਸ ਦਾ ਜਨਮਦਾਤਾ ਕਹਿ ਲਓ ਚਾਹੇ ਪਿਤਾਮਾ ਕਹਿ ਲਓ। ਇਹ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਇਹਨਾਂ ਨੇ ਮਤਲਬ ਮੁੱਢ ਬੰਨਿਆ ਸੀ। ਜੀਨ ਪਿਆਜੇ ਨੇ ਕੀ ਕੀਤਾ ਸੀ, ਕੋਗਨੇਟਿਵ ਡਿਵੈਲਪਮੈਂਟ ਥਿਊਰੀ ਹੈ ਨਾ ਜੋ, ਉਹਦਾ ਇਹਨੇ ਮੁੱਢ ਬੰਨਿਆ ਸੀ। ਜੋ ਮੁੱਢ ਬਣਦਾ ਹੁੰਦਾ ਹੈ ਉਹਨੂੰ ਅਸੀਂ ਉਹਦਾ ਪਿਤਾ ਕਹੀਦਾ, ਜੋ ਮੁੱਢ ਬਣਦਾ ਹੈ। ਤਾਂ ਜੀਨ ਪਿਆਜੇ ਨੂੰ ਵਿਕਾਸਾਤਮਕ ਵਿਕਾਸ ਦਾ ਜਨਮ ਦਾਤਾ ਵੀ ਕਿਹਾ ਗਿਆ ਸੀ। ਅਗਲੇ ਪੁਆਇੰਟ ਦੇ ਵੱਲ ਚੱਲਦੇ ਹਾਂ। ਜੇਕਰ ਬੱਚੇ ਨੂੰ ਸਕੂਲ ਵਿੱਚ ਵਧੀਆ ਸਿੱਖਿਆ ਦੇਣੀ ਹੈ ਤਾਂ ਬੱਚੇ ਨੂੰ ਪਹਿਲਾਂ ਪ੍ਰੀ ਪ੍ਰਾਇਮਰੀ ਸਕੂਲ ਵਿੱਚ ਭੇਜੋ। ਹਾਂਜੀ, ਇੱਥੇ ਜੀਨ ਪਿਆਜੇ ਨੇ ਇਹ ਗੱਲ ਕੀਤੀ ਹੈ ਕਿ ਜੇਕਰ ਬੱਚੇ ਨੂੰ ਵਧੀਆ ਸਿੱਖਿਆ ਦੇਣੀ ਤਾਂ ਸਭ ਤੋਂ ਪਹਿਲਾਂ ਉਹਨੂੰ ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ ਭੇਜੋ, ਨਾ ਕਿ ਸਿੱਧਾ ਹੀ ਪ੍ਰਾਇਮਰੀ ਸਕੂਲ। ਪ੍ਰੀ ਪ੍ਰਾਇਮਰੀ ਮਤਲਬ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਰੈਚ ਜਿਸਨੂੰ ਕਹਿੰਦੇ ਹਨ, ਪ੍ਰੀ ਨਰਸਰੀ ਕਲਾਸ ਕਹਿੰਦੇ ਹਾਂ, ਉਹੀ ਹੈ ਪ੍ਰੀ ਪ੍ਰਾਇਮਰੀ ਸਕੂਲ ਦੀ ਸਿੱਖਿਆ, ਜਿਹਦੇ ਵਿੱਚ ਬੱਚੇ ਨੂੰ ਸਭ ਤੋਂ ਪਹਿਲਾਂ ਬੈਠਣਾ ਆਏਗਾ। ਅੱਜ ਕੱਲ੍ਹ ਦੀ ਸਰਕਾਰ ਨੇ ਮਤਲਬ ਬਹੁਤ ਵਧੀਆ ਇੱਕ ਚੀਜ਼ ਕਰ ਦਿੱਤੀ ਹੈ ਕਿ ਆਂਗਣਵਾੜੀ ਜਿਹੜੇ ਕਲਾਸਾਂ ਹੁੰਦੀਆਂ ਹਨ ਉਹਨਾਂ ਦੇ ਵਿੱਚ ਬਹੁਤ ਵਧੀਆ ਹੋਰ ਵੀ ਇੰਪਰੂਵਮੈਂਟ ਕਰਕੇ ਮਤਲਬ ਉਹਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ, ਤਾਂ ਜੋ ਬੱਚਿਆਂ ਨੂੰ ਬੈਠਣਾ ਸਿਖਾਉਂਦੇ ਹਨ, ਖਾਣਾ ਕਿੱਦਾਂ ਖਾਣਾ ਹੈ, ਸਾਰੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਹਨ ਤਾਂ ਜੋ ਉਹਨਾਂ ਨੂੰ ਵਧੀਆ ਉਹਨਾਂ 'ਚ ਡਿਵੈਲਪਮੈਂਟ ਕੀਤਾ ਜਾਏ, ਤਾਂ ਜੋ ਅੱਗੇ ਪ੍ਰਾਇਮਰੀ ਸਿੱਖਿਆ ਉਹਨਾਂ 'ਚ ਲੈਣ ਦੇ ਵਿੱਚ ਆਸਾਨੀ ਹੋ ਸਕੇ। ਅਗਲੇ ਪੁਆਇੰਟ ਹਨ ਕਿ ਸਕੀਮਾਂ, ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਆਰੇਖ ਵੀ ਕਹਿੰਦੇ ਹਾਂ, ਤਾਂ ਇਹਦੀ ਜਿੰਨਾ ਹੋ ਸਕੇ ਇਹਨਾਂ ਨੂੰ ਅਸੀਂ ਇੰਗਲਿਸ਼ ਦੇ ਵਿੱਚ ਵਰਡਾਂ ਨੂੰ ਯਾਦ ਕਰਨਾ ਹੈ ਕਿ ਸਕੀਮਾਂ ਕਿਹਨੂੰ ਕਹਿੰਦੇ ਹਨ। ਬੱਚੇ ਕੋਲ ਜੋ ਗਿਆਨ ਹੈ ਉਹ ਗਿਆਨ ਦਾ ਢਾਂਚਾ ਹੁੰਦਾ ਹੈ। ਸਕੀਮਾਂ ਗਿਆਨ ਦਾ ਢਾਂਚਾ ਮਤਲਬ ਕੋਈ ਵੀ ਬੱਚਾ ਹੈ ਉਹ ਕੋਈ ਚੀਜ਼ ਨੂੰ ਦੇਖਦਾ ਹੈ, ਉਹਦੇ ਮਨ ਦੇ ਵਿੱਚ ਜੋ ਇੱਕ ਢਾਂਚਾ ਕਹਿ ਲਓ, ਜਿਵੇਂ ਇੱਕ ਮਨੁੱਖ ਹੈ, ਬੱਚਾ ਦੇਖਦਾ ਹੈ ਕਿ ਇੱਕ ਮਨੁੱਖ ਹੈ, ਉਹਦਾ ਸਰੀਰ ਹੈ, ਠੀਕ ਹੈ, ਉਹਦੇ ਕੰਨ ਹਨ, ਉਹਦੇ ਨੱਕ ਹੈ, ਉਹ ਕਿਹੜੀ ਸਾਈਡ ਹਨ, 2 ਕੰਨ ਹਨ, ਇੱਕ ਨੱਕ ਹੈ, ਉਹਦੇ ਲਿਪਸ ਹਨ, ਮਤਲਬ ਅਲੱਗ-ਅਲੱਗ ਅੰਗ ਹੁੰਦੇ ਹਨ ਤਾਂ ਉਹ ਇੱਕ ਬੰਦੇ ਦਾ ਢਾਂਚਾ ਹੁੰਦਾ ਹੈ। ਇਸ ਤਰ੍ਹਾਂ ਉਹਦੇ ਬੱਚੇ ਦੇ ਮਨ ਦੇ ਵਿੱਚ ਬੈਠ ਜਾਂਦਾ ਹੈ ਕਿ ਇੱਕ ਮਨੁੱਖ ਹੈ, ਇੱਕ ਬੰਦਾ ਕਹਿ ਲਓ, ਉਹਦੇ ਸਾਹਮਣੇ ਇੱਕ ਬੰਦਾ ਹੈ ਤਾਂ ਉਹਦੇ ਮਨ ਦੇ ਵਿੱਚ ਇਹ ਆ ਜਾਏਗਾ ਕਿ ਜਿਵੇਂ ਮੈਂ ਹਾਂ, ਮੇਰੇ 2 ਕੰਨ ਹਨ, ਨੱਕ ਹਨ, 2 ਬਾਹਾਂ ਹਨ, ਤਾਂ ਉਹਦੇ ਸਾਹਮਣੇ ਇੱਕ ਢਾਂਚਾ ਆ ਗਿਆ। ਅਤੇ ਇਸ ਸਕੀਮਾਂ ਨੂੰ ਅਸੀਂ ਕੀ ਕਹਿੰਦੇ ਹਾਂ, ਜੋ ਉਹਦੇ ਕੋਲ ਗਿਆਨ ਹੈ, ਜੋ ਅੱਜ ਤੱਕ ਉਹਨੇ ਦੇਖਿਆ ਹੈ, ਉਹ ਹੁੰਦਾ ਹੈ ਗਿਆਨ ਦਾ ਢਾਂਚਾ। ਅਸੀਮੀਲੇਸ਼ਨ, ਜਿਹਨੂੰ ਅਸੀਂ ਕਹਿੰਦੇ ਹਨ ਆਤਮ ਸਾਤਮੀਕਰਨ, ਇਹ ਬਹੁਤ ਵਾਰ ਕੁਐਸਚਨ ਰਿਪੀਟ ਹੁੰਦੇ ਹਨ ਪੇਪਰਾਂ ਦੇ ਵਿੱਚ ਕਿ ਆਤਮ ਸਾਤਮੀਕਰਨ ਕੀ ਹੁੰਦਾ ਹੈ।
ਇਹਦੇ ਵਿੱਚ ਫਿਰ ਮੈਂ ਇੱਕ ਵਾਰ ਕਹਿ ਰਹੀ ਹਾਂ ਕਿ ਅਸੀਮੀਲੇਸ਼ਨ ਜਾਂ ਸਕੀਮਾ ਜੋ ਵਰਡ ਹਨ, ਸਾਨੂੰ ਜਿੰਨਾ ਹੋ ਸਕੇ ਸਾਈਕੋ ਨੂੰ ਇੰਗਲਿਸ਼ ਦੇ ਵਿੱਚ ਪੜ੍ਹਨਾ ਚਾਹੀਦਾ ਹੈ, ਕਿਉਂਕਿ ਪੰਜਾਬੀ ਦੇ ਵਿੱਚ ਇਹਨਾਂ ਦੇ ਵਰਡ ਦੀ ਹੇਰ ਫੇਰ ਹੋ ਜਾਂਦੀ ਹੈ, ਤਾਂ ਜੋ ਬੱਚਿਆਂ ਨੂੰ ਪੜ੍ਹਨ ਦੇ ਵਿੱਚ ਬਹੁਤ ਸਾਰੀ ਪ੍ਰੋਬਲਮ ਆਉਂਦੀ ਹੈ। ਤਾਂ ਇੰਗਲਿਸ਼ ਦੇ ਵਿੱਚ ਤਾਂ ਸੇਮ ਹੀ ਚੀਜ਼ ਹੁੰਦੀ ਹੈ, ਇੱਕ ਦੋ ਵਰਡ ਯਾਦ ਰੱਖ ਲਓ, ਬਾਕੀ ਤਾਂ ਜ਼ਿਆਦਾ ਰੱਖਣ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ। ਜਿਵੇਂ ਅਸੀਮੀਲੇਸ਼ਨ ਵਰਡ ਹੋ ਗਿਆ, ਸਕੀਮਾ ਹੋ ਗਿਆ, ਜਾਂ ਸਟੇਜਾਂ ਹੋ ਗਿਆ, ਇੰਗਲਿਸ਼ ਦੇ ਵਿੱਚ ਯਾਦ ਰੱਖਣਾ ਚਾਹੀਦਾ ਹੈ। ਤਾਂ ਅਸੀਮੀਲੇਸ਼ਨ ਕਿਹਨੂੰ ਕਹਿੰਦੇ ਹਨ? ਤਾਂ ਪੁਰਾਣਾ ਗਿਆਨ ਅਤੇ ਨਵਾਂ ਗਿਆਨ। ਜੋ ਬੱਚੇ ਦੇ ਵਿੱਚ ਪੁਰਾਣਾ ਗਿਆਨ ਹੈ ਅਤੇ ਜੋ ਨਵਾਂ ਗਿਆਨ ਹੈ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਅਸੀਮੀਲੇਸ਼ਨ। ਪਰ ਪੁਰਾਣੇ ਗਿਆਨ ਵਿੱਚ ਕੋਈ ਤਬਦੀਲੀ ਵੀ ਨਹੀਂ ਆਉਂਦੀ। ਇਹ ਵੀ ਇੱਕ ਬਹੁਤ ਵੱਡਾ ਪੁਆਇੰਟ ਹੈ ਕਿ ਉਹ ਦੇਖਦਾ ਹੈ ਕਿ ਇੱਕ ਕੁੱਤਾ ਹੈ ਜਿਹਦੇ 4 ਲੱਤਾਂ ਨੇ। ਉਹ ਕੁੱਤੇ ਨੂੰ ਦੇਖੇਗਾ ਅਤੇ ਜਦੋਂ ਉਹ ਬਿੱਲੀ ਨੂੰ ਦੇਖੇਗਾ ਨਾ, ਜਦੋਂ ਉਹਨੂੰ ਦੇਖੇਗਾ ਨਾ ਬਿੱਲੀ ਨੂੰ, ਤਾਂ ਉਹਨੇ ਉਹ ਚੀਜ਼ ਨੂੰ ਸੇਮ ਸਮਝਣਾ ਹੈ, ਕਿਉਂਕਿ ਉਹਦੀ ਉਮਰ ਇੰਨੀ ਨਹੀਂ ਹੁੰਦੀ ਕਿ ਉਹ ਉਸ ਚੀਜ਼ ਦੇ ਵਿੱਚ ਫਰਕ ਕਰ ਸਕੇ। ਤਾਂ ਉਹ ਜੋ ਪੁਰਾਣਾ ਗਿਆਨ ਹੈ, ਉਹਨੇ ਦੇਖਿਆ ਕਿ ਕੁੱਤਾ ਹੈ, ਦੂਸਰੀ ਸਾਈਡ ਉਹਨੇ ਬਿੱਲੀ ਦੇਖ ਲਈ, ਉਹ ਸੇਮ ਚੀਜ਼ ਉਹੀ ਸਮਝੇਗਾ। ਇਹ ਹੁੰਦੀ ਹੈ ਅਸੀਮੀਲੇਸ਼ਨ। ਦੂਸਰੀ ਹੋ ਗਈ ਅਕੋਮੋਡੇਸ਼ਨ, ਜਿਹਨੂੰ ਕਹਿੰਦੇ ਨੇ ਸਮਾਯੋਜਨ। ਇਹਦੇ ਵਿੱਚ ਕੀ ਹੁੰਦਾ ਹੈ ਕਿ ਨਵਾਂ ਗਿਆਨ ਆਉਣ ਨਾਲ ਪੁਰਾਣੇ ਗਿਆਨ ਵਿੱਚ ਫੇਰ ਬਦਲ ਆਉਂਦਾ ਹੈ। ਅਕੋਮੋਡੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜਿਵੇਂ ਹੀ ਉਹਦੇ ਪਹਿਲਾਂ ਦਿਮਾਗ ਦੇ ਵਿੱਚ ਸੀ ਇੱਕ ਕੁੱਤਾ ਹੈ, ਇੱਕ ਬਿੱਲੀ ਹੈ, ਉਹ ਸੇਮ ਨੇ। ਫਿਰ ਜਿਵੇਂ ਜਿਵੇਂ ਉਹਦੇ 'ਚ ਇੰਪਰੂਵਮੈਂਟ ਹੁੰਦੀ ਹੈ ਬੱਚੇ ਦੇ ਦਿਮਾਗ ਵਿੱਚ, ਉਹਨੇ ਇੱਕਦਮ ਪਹਿਲਾਂ ਤਾਂ ਉਹਨੇ ਸ਼ਕਲਾਂ ਦੇਖੀਆਂ ਕਿ ਸਾਹਮਣੇ ਉਹਦੇ ਸ਼ਕਲਾਂ ਆਈਆਂ ਕਿ ਉਹ ਬਿੱਲੀ ਚੱਲੀ ਹੈ, ਇੱਕ ਸਾਈਡ ਕੁੱਤਾ ਚੱਲਿਆ, ਇਹ ਸੇਮ ਨੇ। ਜਦੋਂ ਉਹਨੇ ਸੁਣਿਆ ਕਿ ਕੁੱਤਾ ਕਿਸ ਤਰ੍ਹਾਂ ਭੌਂਕਦਾ ਹੈ, ਜਦੋਂ ਉਹਨੇ ਭੌਂਕਣ ਦੀ ਆਵਾਜ਼ ਸੁਣੀ, ਅਤੇ ਦੂਸਰੀ ਸਾਈਡ ਜਦੋਂ ਉਹਨੇ ਬਿੱਲੀ ਨੂੰ ਸੁਣਿਆ ਕਿ ਉਹ ਮਿਆਉਂ ਦੀ ਆਵਾਜ਼ ਦਿੰਦੀ ਹੈ, ਤਾਂ ਫਿਰ ਉਹਦੇ ਦਿਮਾਗ ਦੇ ਵਿੱਚ ਆ ਜਾਂਦਾ ਹੈ ਕਿ ਮੈਂ ਤਾਂ ਇਸ ਚੀਜ਼ ਨੂੰ ਸੇਮ ਸਮਝ ਰਿਹਾ ਸੀ, ਪਰ ਇਹਨਾਂ ਦੇ ਵਿੱਚ ਤਾਂ ਮਤਲਬ ਬਹੁਤ ਚੇਂਜ ਹੈ ਇਸ ਚੀਜ਼ ਦੇ ਵਿੱਚ, ਇਹਨਾਂ ਦੀ ਆਵਾਜ਼ ਦੇ ਵਿੱਚ। ਤਾਂ ਉਹ ਕੀ ਹੋ ਜਾਏਗਾ, ਉਹਦਾ ਜੋ ਨਵਾਂ ਗਿਆਨ ਆਉਣ ਦੇ ਨਾਲ ਨਾਲ ਉਹਦੇ ਪੁਰਾਣੇ ਗਿਆਨ ਵਿੱਚ ਬਦਲਾਵ ਆ ਜਾਏਗਾ। ਥੋੜ੍ਹੀ ਜਿਹੀ ਉਹਦੀ ਜਾਣਕਾਰੀ ਵਿੱਚ ਕੀ ਹੋ ਜਾਏਗੀ, ਨਵੀਂ ਜਾਣਕਾਰੀ ਐਡ ਹੋ ਜਾਵੇਗੀ। ਤਾਂ ਤੀਸਰਾ ਇਹਦੇ 'ਚ ਪੁਆਇੰਟ ਹੈ ਇਕਵਿਲਿਬਰੀਅਮ, ਸੰਤੁਲਨ ਜਿਹਨੂੰ ਕਹਿੰਦੇ ਹਨ। ਇਹ ਸ਼ਬਦ ਥੋੜ੍ਹਾ ਜਿਹਾ ਡਿਫੀਕਲਟ ਜਿਹਾ ਬੋਲਣ ਦੇ ਵਿੱਚ, ਬਹੁਤ ਸਾਰੇ ਇਸ ਦੇ ਵਿੱਚ ਥੋੜ੍ਹੇ ਜਿਹੇ ਪ੍ਰੋਬਲਮ ਮਹਿਸੂਸ ਕਰਦੇ ਹਨ, ਅਤੇ ਮੈਂ ਵੀ ਇਸ ਵਿੱਚ ਥੋੜ੍ਹੀ ਜਿਹੀ ਹੈਗੀ ਹਾਂ ਪ੍ਰੋਬਲਮ, ਮਤਲਬ ਸੋਚ ਰਹੀ ਹਾਂ ਕਿ ਕਿੱਦਾਂ ਬੋਲਾਂ। ਪਰ ਇਹਨੂੰ ਪੰਜਾਬੀ ਦੇ ਵਿੱਚ ਜਿੱਦਾਂ ਸੰਤੁਲਨ ਜਾਂ ਸਮਤੁਲ ਅਸੀਂ ਕਹਾਂਗੇ ਕਿ ਸਮਾਯੋਜਨ, ਜਿਹਨੂੰ ਸਮਤੁਲ ਕਹਿੰਦੇ ਹਾਂ ਕਿ ਇੱਕ ਤਕੜੀ ਹੈ, ਉਹਦੇ ਵਿੱਚ ਦੋਨੋਂ ਜਦੋਂ ਬਰਾਬਰ ਹੋਣਗੇ, ਸਮਤੁਲ ਜਿਹਨੂੰ ਕਹੀਦਾ ਬਰਾਬਰ ਚੀਜ਼ ਹੁੰਦਾ ਹੈ। ਤਾਂ ਪੁਰਾਣੀ ਜਾਣਕਾਰੀ ਨਾਲ ਨਵੀਂ ਜਾਣਕਾਰੀ ਦਾ ਬੌਧਿਕ ਸੰਤੁਲਨ। ਫਿਰ ਜਿਵੇਂ ਜਿਵੇਂ ਉਹਦੀ ਉਮਰ ਹੁੰਦੀ ਹੈ, ਜੋ ਕੁੱਤੇ ਅਤੇ ਬਿੱਲੀ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ, ਉਹਦੇ ਵਿੱਚ ਹੁਣ ਪਹਿਲਾਂ ਉਹਨੇ ਵੇਖਿਆ ਕਿ ਕੁੱਤਾ ਹੈ, ਜਿਹਦੇ ਅਸੀਮੀਲੇਸ਼ਨ ਵਿੱਚ ਉਹਨੇ ਦੇਖਿਆ ਕੁੱਤਾ ਅਤੇ ਬਿੱਲੀ ਹੈ, ਉਹ ਸੇਮ ਦਿਖਦੇ ਹਨ। ਉਹਨੇ ਸੋਚਿਆ ਕਿ ਇਹ ਦੋਵੇਂ ਚੀਜ਼ਾਂ ਸੇਮ ਹਨ। ਦੂਸਰੀ ਵਾਰ ਕੀ ਹੋਇਆ, ਜਦੋਂ ਅਕੋਮੋਡੇਸ਼ਨ ਹੋਈ ਤਾਂ ਉਹਦੇ ਦਿਮਾਗ ਦੇ ਵਿੱਚ ਇਹ ਆ ਗਈ, ਜਦੋਂ ਉਹਨੇ ਉਹਨਾਂ ਦੀ ਆਵਾਜ਼ ਸੁਣੀ ਵੀ ਇੱਕ ਬਹੂ ਕਰਦਾ ਹੈ, ਦੂਸਰੀ ਮਿਆਉਂ ਕਰਦੀ ਹੈ, ਤਾਂ ਫਿਰ ਉਹਦੇ ਦਿਮਾਗ ਦੇ ਵਿੱਚ ਕੀ ਹੋ ਗਿਆ, ਸਮਾਯੋਜਨ ਹੋ ਗਿਆ। ਜੋ ਪੁਰਾਣਾ ਗਿਆਨ ਸੀ ਉਹਦੇ ਵਿੱਚ ਥੋੜ੍ਹੀ ਜਿਹੀ ਹੇਰ ਫੇਰ ਹੋਊਗੀ, ਤਾਂ ਉਹਨੇ ਮਤਲਬ ਉਹਨੂੰ ਫਿਰ ਥੋੜ੍ਹਾ ਜਿਹਾ ਪਤਾ ਵੀ ਲੱਗ ਗਿਆ ਕਿ ਹਾਂ ਇਹਦੇ ਬੋਲਣ ਦੇ ਨਾਲ ਉਹਦੇ ਜੋ ਪੁਰਾਣੇ ਗਿਆਨ ਦੇ ਵਿੱਚ ਸੀ, ਨਵਾਂ ਗਿਆਨ ਐਡ ਹੋ ਗਿਆ। ਅਤੇ ਸੰਤੁਲਨ ਦੇ ਵਿੱਚ ਕੀ ਹੁੰਦਾ ਹੈ, ਜਦੋਂ ਉਹ ਗਿਆਨ ਐਡ ਹੁੰਦਾ ਰਹਿ ਗਿਆ ਨਾ, ਤਾਂ ਉਹਦੀ ਉਹ ਜੋ ਜਾਣਕਾਰੀ ਸੀ ਉਹਦੇ ਵਿੱਚ ਕੀ ਹੋਇਆ, ਬਰਾਬਰਤਾ ਆ ਗਈ। ਉਹ ਮਤਲਬ ਉਹਨੂੰ ਸਮਝ ਆ ਗਿਆ ਕਿ ਹਾਂ ਨਹੀਂ, ਇਹਦੇ ਵਿੱਚ ਡਿਫਰੈਂਟ ਹੈ, ਇਸ ਗੱਲ ਦੇ ਵਿੱਚ ਵੀ ਇਹ ਸੰਤੁਲਨ ਉਹਦੇ ਦਿਮਾਗ ਦੇ ਵਿੱਚ ਆ ਗਿਆ। ਇੱਕ ਹੋਰ ਇਹਦੇ ਵਿੱਚ ਪੁਆਇੰਟ ਜੁੜਦਾ ਕਿ ਆ ਸੰਤੁਲਨ ਕਿਹਨੂੰ ਕਹਿੰਦੇ ਹਨ, ਜਿਹਦੇ ਵਿੱਚ ਇੰਗਲਿਸ਼ ਦੇ ਵਿੱਚ ਲਿਖਿਆ ਜਾ ਸਕਦਾ ਹੈ ਡਿਸਇਕੁਲਿਬਰੀਅਮ ਵੀ ਲਿਖਿਆ ਜਾ ਸਕਦਾ ਹੈ। ਉਹਦੇ ਵਿੱਚ ਕੀ ਹੁੰਦਾ, ਅਸੰਤੁਲਨ ਆ ਜਾਂਦਾ ਹੁੰਦਾ ਬੱਚੇ ਵਿੱਚ। ਜਦੋਂ ਉਹਨੇ ਪਹਿਲਾਂ ਦੇਖਿਆ ਸੀ ਅਸੀਮੀਲੇਸ਼ਨ, ਫਿਰ ਉਹ ਤੋਂ ਬਾਅਦ ਉਹਦੇ ਦਿਮਾਗ ਵਿੱਚ ਉਹ ਚੀਜ਼ ਆਉਂਦੀ, ਅਸੰਤੁਲਨ ਆ ਜਾਂਦਾ ਹੁੰਦਾ ਬੱਚੇ ਦੇ ਵਿੱਚ। ਅਤੇ ਜੇ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇ, ਮੈਂ ਜਿੱਥੋਂ ਤੱਕ ਸੋਚਦੀ ਹਾਂ ਕਿ ਮੈਂ ਜੀਨ ਪਿਆਜੇ ਦੀ ਜੋ ਥਿਊਰੀ ਹੈ, ਇਹਦੇ ਵਿੱਚ ਬਹੁਤ ਸਾਰੇ ਕੁਐਸਚਨ ਆਪਣੇ ਮਤਲਬ ਜੋ ਵੀ ਅੱਜ ਤੱਕ ਮੈਂ ਪੜ੍ਹਿਆ ਹੈ ਉਹ ਸਾਰੇ ਐਡ ਕੀਤੇ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਮੇਰੀ ਜਾਣਕਾਰੀ ਅਧੂਰੀ ਹੈ, ਤਾਂ ਤੁਸੀਂ ਕਿਤੋਂ ਹੋਰ ਵੀ ਸਰਚ ਕਰਕੇ ਦੇਖ ਸਕਦੇ ਹੋ, ਪਰ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਮੈਂ 100% ਇਹਦੇ ਵਿੱਚ ਆਪਦੇ ਆਪ 'ਚ ਮਤਲਬ ਰੱਖਿਆ ਹੋਇਆ ਹੈ। ਅੱਗੇ ਸਟੇਜਾਂ ਦੇ ਵੱਲ ਥੋੜ੍ਹਾ ਜਿਹਾ ਮੈਂ ਤੁਹਾਨੂੰ ਜਾਣਕਾਰੀ ਦਿੰਦੀ ਹਾਂ। ਤਾਂ ਹੋਈ ਹੈ
ਕਿ ਇਹ ਜੋ ਅੱਜ ਤੱਕ ਦੇ ਜੋ ਹੁਣ ਮੈਂ ਤੁਹਾਨੂੰ ਪੜ੍ਹਾਇਆ ਹੈ, ਇਹਦੇ ਵਿੱਚ ਬਹੁਤ ਸਾਰੇ ਪ੍ਰਸ਼ਨ 1 2 3 ਵਾਰ 3 ਤਾਂ ਨੰਬਰ ਦੇ ਪੱਕੇ ਹਨ। ਇਹ ਵਾਰ-ਵਾਰ ਰਿਪੀਟ ਹੁੰਦੇ ਆਏ ਹਨ। ਸੀ-ਟੈਟ ਦੇ ਵਿੱਚ ਵੀ, ਪੀ-ਟੈਟ ਦੇ ਵਿੱਚ ਵੀ। ਇਹ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ MCQs ਨੇ। ਇਹਨਾਂ ਨੂੰ ਬਹੁਤ ਹੀ ਵਧੀਆ ਸੀਰੀਅਸ ਤੁਸੀਂ ਯਾਦ ਕਰ ਲਓਗੇ, ਤੁਹਾਡੇ ਤੋਂ 3 ਜਾਂ 4 ਨੰਬਰ ਬਹੁਤ ਵਧੀਆ ਪੱਕੇ ਹਨ। ਕਿਉਂਕਿ ਇਹ ਵਾਲੇ ਜੋ ਪੁਆਇੰਟ ਹਨ ਨਾ, ਇਹ ਵਾਲੇ ਸਕੀਮਾਂ, ਇਹ ਸਾਰੇ ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹਨਾਂ ਵਿੱਚੋਂ 1 2 ਨੰਬਰ ਤਾਂ ਇਹਨਾਂ ਦੇ ਵਿੱਚੋਂ ਪੱਕੇ ਹਨ ਕਿ ਇਹ ਆ ਸਕਦੇ ਹਨ। ਅਤੇ ਜੋ ਪਿਛਲੇ ਬੈਕ ਕਰਾਏ ਹਨ, ਇਹਨਾਂ ਦੇ ਵਿੱਚੋਂ ਵੀ ਇੱਕ ਅੱਧਾ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ। ਨੈਕਸਟ ਹੈ ਜੋ ਜੀਨ ਪਿਆਜੇ ਦੀ ਸਟੇਜਾਂ। ਇਹ ਪਹਿਲੀ ਸਟੇਜ ਹੈ ਸੈਂਸਰੀ ਮੋਟਰ। ਜੀਨ ਪਿਆਜੇ ਦੀ ਸਟੇਜ ਹੈ ਸੈਂਸਰੀ ਮੋਟਰ। ਇਹਦੀ ਜੋ ਉਮਰ ਹੈ ਉਹ ਹੈ 0 ਤੋਂ 2 ਸਾਲ। ਦੂਸਰੀ ਹੈ ਪ੍ਰੀ ਓਪਰੇਸ਼ਨਲ ਸਟੇਜ 2 ਤੋਂ 7 ਸਾਲ ਦੀ ਉਮਰ। ਅਤੇ ਕੰਕਰੀਟ ਜੋ ਤੀਸਰੀ ਹੈ, ਕੰਕਰੀਟ ਓਪਰੇਸ਼ਨਲ ਸਟੇਜ 7 ਤੋਂ 11 ਸਾਲ ਦੀ ਹੈ। ਚੌਥੀ ਸਟੇਜ ਹੈ ਫਾਰਮਲ ਓਪਰੇਸ਼ਨਲ, ਇਹ ਹੈ 11 ਤੋਂ ਜੋ ਅੱਗੇ ਆਉਣ ਵਾਲੀ ਅਵਸਥਾ ਹੁੰਦੀ ਹੈ ਉਹਦੀ ਹੈ। ਇਹ ਤਾਂ ਇਹਦੇ ਵਿੱਚ ਤਾਂ ਮੈਂ ਸਿਰਫ ਹੈਡਿੰਗ ਦਿੱਤੀ ਹੈ। ਜੋ ਇਹ ਭਾਗ ਪਹਿਲਾ ਹੈ, ਜੋ ਦੂਸਰਾ ਭਾਗ ਬਣਾਵਾਂਗੀ, ਇਹਨਾਂ ਦੀ ਪ੍ਰੋਪਰ ਜਾਣਕਾਰੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੇਵਾਂਗੀ। ਸੋ ਤੁਹਾਨੂੰ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਔਰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ, ਜੋ PS ਟੈਟ ਦੇ ਰਹੇ ਹਨ, ਸੀ-ਟੈਟ ਦੇ ਰਹੇ ਹਨ, ਜਾਂ ਉਹਨਾਂ ਦੇ ਗਿਆਨ ਦੇ ਵਿੱਚ ਵੀ ਵਾਧਾ ਹੋ ਸਕੇ। ਇਹ ਬਹੁਤ ਹੀ ਵਧੀਆ ਜਾਣਕਾਰੀ ਮੈਂ ਤੁਹਾਨੂੰ ਦਿੱਤੀ ਹੈ ਜੀਨ ਪਿਆਜੇ ਦੀ। ਬਹੁਤ ਵਧੀਆ ਚੀਜ਼ ਸਰਚ ਕਰਕੇ ਮੈਂ ਇਹ ਵੀਡੀਓ ਬਣਾਈ ਹੈ। ਤਾਂ ਚੰਗੀ ਵੀਡੀਓ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ। ਥੈਂਕਸ ਫॉर ਵਾਚਿੰਗ। ਆਵਾਂਗੇ CTPT ਦੇ ਰਿਲੇਟਡ ਜਾਂ ਹੋਰ ਵੀ PS ਟੈਟ ਦੇ ਜਾਂ ਹੋਰ ਵੀ ਪੰਜਾਬ ਟੈਟ ਦੇ ਰਿਲੇਟਡ ਕੋਈ ਵੀ ਹੈ ਜਾਣਕਾਰੀ, ਉਹ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੀ। ਸੋ ਥੈਂਕ ਯੂ ਫॉर ਵਾਚਿੰਗ। ਥੈਂਕਸ।